ਉਹ ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ। ਉਹ ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ। ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ। ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ। ਛੱਡ ਕੇ ਆਨੰਦਪੁਰੀ ਨੂੰ, ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਚੋਜੀ ਪ੍ਰੀਤਮਾ। ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਕਲਗੀ ਵਾਲਿਆ। ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ। ਛੱਡ ਕੇ ਆਨੰਦਪੁਰੀ ਨੂੰ ਤੁਰ ਪਿਆ ਬਾਜਾਂ ਵਾਲਿਆ। ਉਹ ਇੱਕ ਤਾਂ ਦੇ ਜਾ ਦਾਤਾ ਜੀ, ਇੱਕ ਤਾਂ ਦੇ ਜਾ ਦਾਤਾ ਗੋਦ ਦਾ ਖਿਡੌਣਾ। ਉਹ ਇੱਕ ਤਾਂ ਦੇ ਜਾ ਦਾਤਾ ਗੋਦ ਦਾ ਖਿਡੌਣਾ। ਇੱਕ ਤਾਂ ਦੇ ਜਾ ਦਾਤਾ ਗੋਦ ਦਾ ਖਿਡੌਣਾ। ਉਹ ਇੱਕ ਤਾਂ ਦੇ ਜਾ ਦਾਤਾ ਗੋਦ ਦਾ ਖਿਡੌਣਾ। ਉਹ ਚਾਰੇ ਸਾਹਿਬਜ਼ਾਦੇ ਨਾਲੇ ਲੈ ਕੇ ਤੁਰ ਪਿਆ। ਉਹ ਚਾਰੇ ਸਾਹਿਬਜ਼ਾਦੇ ਨਾਲੇ ਲੈ ਕੇ ਤੁਰ ਪਿਆ। ਸਾਹਿਬਜ਼ਾਦੇ ਨਾਲੇ ਲੈ ਕੇ ਤੁਰ ਪਿਆ। ਚਾਰੇ ਸਾਹਿਬਜ਼ਾਦੇ ਨਾਲੇ ਲੈ ਕੇ ਤੁਰ ਪਿਆ। ਇੱਕ ਤਾਂ ਦੇ ਜਾ ਸਤਿਗੁਰ ਜੀ, ਇੱਕ ਤਾਂ ਦੇ ਜਾ ਦਾਤਾ ਗੋਦ ਦਾ ਖਿਡੌਣਾ। ਉਹ ਇੱਕ ਤਾਂ ਦੇ ਜਾ ਦਾਤਾ ਗੋਦ ਦਾ ਖਿਡੌਣਾ। ਦੇ ਜਾ ਦਾਤਾ ਗੋਦ ਦਾ ਖਿਡੌਣਾ। ਉਹ ਇੱਕ ਤਾਂ ਦੇ ਜਾ ਦਾਤਾ ਗੋਦ ਦਾ ਖਿਡੌਣਾ। ਧਰ ਕੇ ਪੈਰ ਰਕਾਬੀ ਚੜ ਗਿਆ ਉੱਤੇ ਘੋੜੇ ਦੇ। ਧਰ ਕੇ ਪੈਰ ਰਕਾਬੀ ਚੜ ਗਿਆ ਉੱਤੇ ਘੋੜੇ ਦੇ। ਧਰ ਕੇ ਪੈਰ ਰਕਾਬੀ ਚੜ ਗਿਆ ਉੱਤੇ ਘੋੜੇ ਦੇ। ਧਰ ਕੇ ਪੈਰ ਰਕਾਬੀ ਚੜ ਗਿਆ ਉੱਤੇ ਘੋੜੇ ਦੇ। ਉਹ ਸੱਚ ਤਾਂ ਦੱਸ ਦਾਤਾ ਕਦੋਂ ਹੋਊਗਾ ਆਉਣਾ। ਸੱਚ ਤਾਂ ਦੱਸ ਜਾ ਪ੍ਰੀਤਮ ਕਦੋਂ ਹੋਊਗਾ ਆਉਣਾ। ਸੱਚ ਤਾਂ ਦੱਸ ਜਾ ਦਾਤਾ ਕਦੋਂ ਹੋਊਗਾ ਆਉਣਾ। ਸੱਚ ਤਾਂ ਦੱਸ ਜਾ ਦਾਤਾ ਕਦੋਂ ਹੋਊਗਾ ਆਉਣਾ। ਉਹ ਮਾਤਾ ਜੀ ਤੋਂ ਸੁੰਦਰੀ ਸਾਹਿਬ ਦੇਵਾ ਚੱਲ ਪਏ। 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 ਉਹ ਮਾਤਾ ਵਾਜੋ ਸਾਨੂੰ ਕੀਨੇ ਗਲ ਨਾਲ ਲਾਉਣਾ। ਮਾਤਾ ਵਾਜੋ ਸਾਨੂੰ ਕੀਨੇ ਲਾਡ ਲਡਾਉਣਾ। ਉਹ ਮਾਤਾ ਬਾਜੋ ਸਾਨੂੰ ਕੀਨੇ ਲਾਡ ਲਡਾਉਣਾ। ਉਹ ਮਾਤਾ ਬਾਜੋ ਸਾਨੂੰ ਕੀਨੇ ਗਲ ਨਾਲ ਲਾਉਣਾ। ਉਹ ਬੂਟੇ ਲੈ ਗਿਆ ਦਾਤਾ ਆਨੰਦਪੁਰ ਵਿੱਚੋਂ ਬਾਗ ਦਿਓ। ਉਹ ਬੂਟੇ ਲੈ ਗਿਆ ਦਾਤਾ ਆਨੰਦਪੁਰ ਵਿੱਚੋਂ ਬਾਗ ਦਿਓ। ਲੈ ਗਿਆ ਦਾਤਾ ਆਨੰਦਪੁਰ ਵਿੱਚੋਂ ਬਾਗ ਦਿਓ। ਬੂਟੇ ਲੈ ਗਿਆ ਦਾਤਾ ਆਨੰਦਪੁਰ ਵਿੱਚੋਂ ਬਾਗ ਦਿਓ। ਉਹ ਬੂਟੇ ਚੰਦਨ ਵਾਜੋ ਬਾਗ ਨੀ ਸਹਾਉਣਾ।
ਬੂਟੇ ਚੰਦਨ ਬਾਜੋ ਬਾਗ ਦੀ ਸੁਹਾਵਣਾ ਤੇ ਚੰਦਨ ਬਾਜੋ ਬਾਗ ਦੀ ਸੁਹਾਵਣਾ ਉਹ ਬੂਟੇ ਚੰਦਨ ਬਾਜੋ ਬਾਗ ਨੀ ਸੁਹਾਵਣਾ ਉਹ ਦਿਨ ਤਾਂ ਯਾਦ ਆਉਂਦੇ ਹੋਲੀ ਖੇਡੀ ਸਿੰਘਾਂ ਨਾਲ ਉਹ ਦਿਨ ਤਾਂ ਯਾਦ ਆਉਂਦੇ ਹੋਲੀ ਖੇਡੀ ਸਿੰਘਾਂ ਨਾਲ ਯਾਦ ਆਉਂਦੇ ਹੋਲੀ ਖੇਡੀ ਸਿੰਘਾਂ ਨਾਲ ਦਿਨ ਤਾਂ ਯਾਦ ਆਉਂਦੇ ਹੋਲੀ ਖੇਡੀ ਸਿੰਘਾਂ ਨਾਲ ਉਹ ਕਦੋਂ ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ ਉਹ ਕਦੋਂ ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ ਕਦੋਂ ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ ਕਦੋਂ ਮੇਰ ਕਰੇਗਾ ਮੁੜ ਕੇ ਹੋਲਾ ਨਹਾਉਣਾ ਕੌਣ ਸਦਈ ਪੰਛੀ ਆਨੰਦਪੁਰ ਮੌਜਾਂ ਮਾਣੀਆਂ ਮੌਣ ਸਨੋਈ ਪੰਛੀ ਆਨੰਦਪੁਰ ਮੌਜਾਂ ਮਾਣੀਆਂ ਪੰਛੀ ਮੌਜਾਂ ਮਾਣੀਆਂ ਮੋਣ ਸੁਨੇਈ ਪੰਛੀ ਆਨੰਦਪੁਰ ਮੌਜਾਂ ਮਾਣੀਆਂ ਉਹ ਪੰਛੀ ਪਿਆ ਵਿਛੋੜਾ ਪੰਛੀ ਪਿਆ ਵਿਛੋੜਾ ਕਿਸੇ ਨਹੀਂ ਮਿਲਾਉਣਾ ਉਹ ਪੰਛੀ ਪਿਆ ਵਿਛੋੜਾ ਕਿਸੇ ਨਹੀਂ ਮਿਲਾਉਣਾ ਪਿਆ ਵਿਛੋੜਾ ਕਿਸੇ ਨਹੀਂ ਮਨਾਉਣਾ ਉਹ ਪੰਛੀ ਪਿਆ ਵਿਛੋੜਾ ਕਿਸੇ ਨਹੀਂ ਮਨਾਉਣਾ ਕਿਸੇ ਨਹੀਂ ਮਨਾਉਣਾ ਜੀ ਪੰਛੀ ਪਿਆ ਵਿਛੋੜਾ ਕਿਸੇ ਨਹੀਂ ਮਨਾਉਣਾ ਜੀ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਜਿਤ ਤਨ ਬਿਰੋ ਨ ਉਪਜੈ ਉਹ ਤਨ ਜਾਨ ਮਸਾਨ ਕਾਰਜੋਗ ਸਤ ਸੰਗਤ ਜੀ ਦਸਾਂ ਦੇ ਵਿਦਿਆ ਗੁਰੂ ਧੰਨ 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 ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਂਪੁਰਖ ਜਿਨ੍ਹਾਂ ਨੇ ਇਹ ਰਚਨਾ ਆਪਣੀ ਕਲਮ ਦੁਆਰਾ ਬੜੇ ਪਿਆਰ ਵਿੱਚ ਆ ਕੇ ਵਰਣਨ ਕਰੀ ਨਾਲ ਉਹਨਾਂ ਦੇ ਸਾਰੇ ਸਹਿਯੋਗੀ ਸੱਜਣ ਗੁਰਮੁਖ ਬਾਬਾ ਗੁਰਵੇਲ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਂਪੁਰਖ ਜਦੋਂ ਖੜ ਕੇ ਗਾਉਂਦੇ ਢਾਡੀ ਉਸ ਵਕਤ ਦੀਆਂ ਚਾਰ ਸੱਧਰਾਂ ਚਾਰ ਲਾਈਨਾਂ ਆਪ ਜੀ ਦੇ ਅੱਗੇ ਰੱਖੀਆਂ ਹਨ। ਕਿਰਪਾ ਕਰੇ ਮੇਰਾ ਮਾਲਕ ਅੱਜ ਭਾਵੇਂ ਉਹ ਸਰੀਰ ਕਰਕੇ ਨਹੀਂ ਪਰ ਉਹਨਾਂ ਦੀਆਂ ਰਚਨਾਵਾਂ ਅੱਜ ਵੀ ਗਾਈਆਂ ਜਾਂਦੀਆਂ ਇਹਨੂੰ ਕਹਿੰਦੇ ਨੇ ਜ਼ਮੀਰ ਦਾ ਜਾਗਣਾ ਜਿਹਦੀਆਂ ਬਾਤਾਂ ਜਿਹਦੀਆਂ ਗੱਲਾਂ ਜਿਨ੍ਹਾਂ ਦੀਆਂ ਰਚਨਾਵਾਂ ਬਾਅਦ ਵਿੱਚ ਗਾਈਆਂ ਸੋਹਲੇ ਬਾਅਦ ਵਿੱਚ ਗਾਏ ਜਾਂਦੇ ਹਨ ਇਹਨਾਂ ਨੂੰ ਕਿਹਾ ਜਾਂਦਾ ਵੀ ਇਹਨਾਂ ਦੀ ਜ਼ਮੀਰ ਜਾਗ ਉਹ ਅੱਜ ਵੀ ਜਿਉਂਦੇ ਨੇ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਮਾਜੀ ਕਹਿੰਦੇ ਨਾਮ ਜਪਣ ਵਾਲੇ ਸਾਧੂ ਅੱਜ ਵੀ ਜਿਉਂਦੇ ਦੇਖੇ ਜਾ ਸਕਦੇ ਨੇ। ਹੁਣ ਇਹ ਤਾਂ ਨਹੀਂ ਵੀ ਉਹ ਸਰੀਰ ਕਰਕੇ ਇਸ ਤਰ੍ਹਾਂ ਫਿਰਦੇ ਨੇ ਪਰ ਉਹਨਾਂ ਦੀ ਜ਼ਮੀਰ ਅੱਜ ਜਾਗਦੀ ਹੈ। ਜਾਗਦੀ ਜ਼ਮੀਰ ਵਾਲੇ ਜਿਨ੍ਹਾਂ ਨੂੰ ਅੱਜ ਗੁਰਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਉਹ ਅੱਜ ਵੀ ਜਿਉਂਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕੌਮ ਨੂੰ ਆਪਣੀ ਕੌਮ ਨੂੰ ਹੁਲਾਰਾ ਦੇ ਕੇ ਜਗਾਉਣਾ ਚਾਹੁੰਦੇ ਨੇ ਇਸ ਤਰ੍ਹਾਂ ਟੁੰਬ ਕੇ ਜਿਵੇਂ ਅੱਜ ਸਾਡੀ ਸੁੱਤੀ ਕੌਮ ਨੂੰ ਜਗਾਇਆ ਤਕਰੀਬਨ 14 15 16 ਦਿਨ ਹੋ ਗਏ ਹੋਣਗੇ ਵੱਧ ਹੋ ਗਏ ਹੋਣਗੇ। ਚਲੋ ਅੱਜ ਸਾਡੀ ਕੌਮ ਨੂੰ ਹਰ ਇੱਕ ਧਰਨੇ ਉੱਤੇ ਐ ਹਲੂਣ ਕੇ ਜਗਾਇਆ ਜਾਂਦਾ। ਜਾਗੋ ਜਾਗੋ ਸੁੱਤਿਓ ਚੱਲਿਆ ਬਣਜਾਰਾ।
ਕੋਈ ਵੇਲਾ ਬੀਤਦਾ ਜਾਂਦਾ, ਤੁਹਾਡੇ ਹੱਥ ਵਿੱਚੋਂ ਉੱਠੋ, ਜਾਗੋ, ਕਰੋ ਕੀ? ਇੱਕ ਕੰਮ ਕਰੋ। ਉਹ ਗੁਰੂ ਜੀ ਪਾਵਨ ਪਿੱਤਰ ਬਾਣੀ ਅੰਦਰ ਫਰਮਾਨ ਕਰਦੇ ਹਨ ਮਹਾਰਾਜ, ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਕਹਿੰਦੇ ਸਾਡਾ ਪਿਤਾ ਇੱਕ ਹੈ, ਕੌਣ? ਕਲਗੀਆਂ ਵਾਲਾ। ਉਸ ਪਿਤਾ ਨੇ ਕਿਹਾ ਸਿੱਖੋ ਇਕੱਠੇ ਰਹਿਓ, ਜਮਾ ਇਕੱਠੇ, ਤੁਹਾਨੂੰ ਕੋਈ ਹਿਲਾਉਣ ਵਾਲਾ ਨਹੀਂ ਜੰਮਿਆ। ਜਿੱਦੇ ਤੁਹਾਨੂੰ ਕੱਲੇ ਕੱਲੇ ਕਰਿਆ ਨਾ, ਤੁਹਾਡੇ ਵਿੱਚ ਬੰਦੇ ਇਹੋ ਜਿਹੇ ਵੜਨਗੇ ਜਿਹੜੇ ਤੁਹਾਨੂੰ ਕੱਲੇ ਕੱਲੇ ਕਰਦੇ ਨੇ, ਤੁਹਾਡਾ ਵਿਰੋਧ ਕਰਨ ਲੱਗ ਜਾਣਾ। ਉਹੀ ਬੰਦੇ ਹੋਣਗੇ, ਉਹਨਾਂ ਦੇ ਰੂਪ ਧਾਰਨ ਕਰਕੇ ਵਿੱਚ ਵੜ ਜਾਣਗੇ, ਕੁਛ ਭੈਟ ਕਰਨਗੇ। ਫਿਰ ਬਾਅਦ ਵਿੱਚ ਤਾਂ ਫਿਰ ਕੀ ਫਾਇਦਾ? ਫਿਰ ਭਾਈ ਗੁਰਦਾਸ ਜੀ ਕਹਿੰਦੇ ਇੱਕ ਪਾਸੇ ਤਾਂ ਘਰ ਨੂੰ ਅੱਗ ਲੱਗੀ ਪਈ ਹੈ, ਕਹਿੰਦੇ ਕਿਸੇ ਦੇ ਘਰ ਨੂੰ ਅੱਗ ਲੱਗ ਗਈ, ਗੁਆਂਢੀ ਨੇ ਕਿਹਾ ਤੇਰੇ ਘਰ ਨੂੰ ਅੱਗ ਲੱਗ ਗਈ। ਕਹਿੰਦਾ ਅੱਛਾ। ਕਹਿੰਦਾ ਚੰਗਾ ਐਂ ਕਰ, ਆਪਣੇ ਘਰੋਂ ਇੱਕ ਮੈਨੂੰ ਸੱਬਲ ਦੇ ਦੇ, ਇੱਕ ਕਹੀ ਦੇ ਦੇ। ਕਹਿੰਦਾ ਕੀ ਕਰਨਾ ਹੈ? ਕਹਿੰਦਾ ਮੈਂ ਖੂਹ ਪੱਟੂੰਗਾ, ਪਹਿਲਾਂ ਸੱਬਲ ਨਾਲ, ਫਿਰ ਕਹੀ ਨਾਲ। ਮੈਂ ਕਹਿੰਦਾ ਖੂਹ ਪੱਟ ਕੇ ਪਾਣੀ ਕੱਢੂੰਗਾ, ਫਿਰ ਅੱਗ ਬੁਝਾਊਂਗਾ। ਕਹਿੰਦੇ ਉਦੋਂ ਤਾਂ ਸਭ ਕੁਝ ਸੜ ਕੇ ਸੁਆਹ ਹੋ ਜੂ। ਹੁਣ ਬੰਦਾ ਕੋਈ ਡੁੱਬਦਾ ਜਾਂਦਾ ਹੈ ਸਮੁੰਦਰ ਵਿੱਚ, ਨਹਿਰ ਵਿੱਚ ਡੁੱਬਦਾ ਜਾਂਦਾ ਹੈ, ਉਹ ਨਾਲ ਦੇ ਨੇ ਕਿਹਾ ਤੇਰਾ ਭਰਾ ਜਿਹੜਾ ਉਹ ਸਮੁੰਦਰ ਦੇ ਵਿੱਚ, ਨਦੀ ਵਿੱਚ ਡੁੱਬੀ ਜਾਂਦਾ, ਜਾ ਭੱਜ ਕੇ ਉਹਨੂੰ ਕੱਢ ਲੈ। ਕਹਿੰਦਾ ਖੜ ਜਾ, ਮੈਨੂੰ ਕਿੱਲ ਪੱਤੀਆਂ ਲਿਆ ਦੇ, ਉਹ ਸਮਾਨ ਲਿਆ ਦੇ। ਕਹਿੰਦੇ ਫੇਰ ਕੀ ਕਰੇਂਗਾ? ਕਹਿੰਦੇ ਮੈਂ ਫਿਰ ਬੇੜਾ ਬਣਾ ਕੇ ਨਾ, ਬੇੜਾ ਸਮੁੰਦਰ ਦੇ ਵਿੱਚ ਠੇਲ ਦੂੰਗਾ, ਫਿਰ ਮੈਂ ਆਪਦੇ ਭਰਾ ਨੂੰ ਕੱਢ ਲਿਆਉਂਗਾ। ਕਹਿੰਦੇ ਭੋਲਿਆ, ਉਦੋਂ ਤੱਕ ਤਾਂ ਮਰ ਜੂਗਾ ਵਿਚਾਰਾ ਪਾਣੀ 'ਚ ਡੁੱਬ ਕੇ, ਫਿਰ ਤੂੰ ਕੀ ਕਰਨਾ? ਅੱਜ ਸਾਡੇ ਨਾਲ ਵੀ ਹਾਲ ਹੀ ਹੋਇਆ, ਹੋ ਰਿਹਾ, ਅੱਗੇ ਵੀ ਹੋਊਗਾ, ਮੁੜਦਾ ਨਹੀਂ ਸ਼ਾਇਦ ਕੰਮ ਇਹ। ਇਸ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਸਿੱਖੋ ਏਕਾ ਰੱਖਿਓ, ਤੁਹਾਨੂੰ ਬਹੁਤ ਆਉਣਗੇ ਇਸ ਤਰ੍ਹਾਂ ਅਲੱਗ-ਅਲੱਗ ਕਰਨ ਵਾਸਤੇ ਨਾ। ਤੇ ਅੱਜ ਤਾਂ ਘਰਾਂ ਵਿੱਚ ਫੁੱਟ, ਜਥੇਬੰਦੀਆਂ ਵਿੱਚ ਫੁੱਟ। ਜਦੋਂ ਭਰਤਰੀ ਨੂੰ ਉਪਦੇਸ਼ ਦਿੱਤਾ ਨਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੂਨਾਪਤ ਦੇ ਰਾਜੇ ਦੀ ਲੜਕੀ ਨੂੰ ਵਿਆਹਣ ਵਾਸਤੇ ਗਏ, ਉਦੋਂ ਮਹਾਰਾਜ ਨੇ ਕਿਹਾ ਸੀ, ਕਹਿੰਦੇ ਵੀ ਬਸ ਇਹ ਤੁਸੀਂ ਜਿਹੜਾ ਨਾ ਆਪਣਾ ਜੋੜ ਮੇਲ ਬਣਾ ਕੇ ਇਕੱਠੇ ਰਹੋ। ਬਸ ਜਿਵੇਂ ਕਹਿੰਦੇ ਕੋਈ ਮਹਾਤਮਾ ਚੜ੍ਹਾਈ ਕਰਨ ਲੱਗਿਆ, ਉਹਦੇ ਚੇਲੇ ਬੜੇ ਲਾਇਕ ਸੀ, ਸਾਰੇ ਚੇਲੇ ਬੜੇ ਉਹਦੇ ਕਹਿਣੇ ਵਿੱਚ ਚੱਲਣ ਵਾਲੇ ਸੀ। ਉਹਨਾਂ ਨੇ ਕਿਹਾ ਗੁਰੂ ਜੀ ਹੁਣ ਤੁਸੀਂ ਤਾਂ ਜਾ ਰਹੇ ਹੋ, ਸਾਡੀ ਪਰਵਰਿਸ਼ ਕਰਨ ਵਾਲਾ ਕੌਣ ਹੈ? ਸਾਨੂੰ ਕੌਣ ਸੰਭੂਗਾ? ਹੁਣ ਗੁਰੂ ਜੀ ਨੇ ਕਿਹਾ, ਉਹ ਜਿਹੜਾ ਵੱਡਾ ਮਹਾਤਮਾ ਸੀ ਉਹ ਕਹਿਣ ਲੱਗਿਆ ਵੀ ਇਹਨਾਂ ਨੂੰ ਹੁਣ ਕਿਵੇਂ ਦਸੀਏ ਵੀ ਮੈਂ ਤਾਂ ਹੁਣ ਸਰੀਰ ਕਰਕੇ ਤਾਂ ਜਾਣਾ ਹੀ ਹੈ ਸਭ ਨੇ, ਰਾਣਾ ਰਾਓ ਨਾ ਕੋ ਰਹਿ ਰੰਗ ਨ ਤੁੰਗ ਫਕੀਰ, ਜਾਣਾ ਤਾਂ ਹੈ ਪਰ ਮੈਨੂੰ ਹੁਣ ਕਿਵੇਂ ਸਮਝਾਵਾਂ? ਕਹਿੰਦੇ ਬੱਚਿਓ ਐਂ ਕਰੋ, ਜੰਗਲ ਵਿੱਚੋਂ ਛੋਟੇ ਛੋਟੇ ਲੱਕੜਾਂ ਡੱਕੇ ਤੋੜ ਕੇ ਲਿਆਓ, ਮੈਂ ਸਮਝਾ ਦਿੰਦਾ ਤੁਹਾਨੂੰ। ਉਹ ਫਟਾਫਟ ਗਏ, ਜਾ ਕੇ ਜੰਗਲ ਦੇ ਵਿੱਚੋਂ ਇੱਕ ਇੱਕ ਡੱਕਾ ਚੱਕ ਕੇ ਲਿਆ। ਬਸ 2 ਮਿੰਟ ਲੱਗੇ ਹੋਣਗੇ, 3 ਮਿੰਟ, ਜੰਗਲ ਦੇ ਵਿੱਚ ਹੀ ਡੇਰਾ ਸੀ। ਆ ਗਏ, ਕਹਿੰਦੇ ਬੱਚੋ ਇਹਨਾਂ ਡੱਕਿਆਂ ਨੂੰ ਲਿਆ ਕੇ ਨਾ ਮੇਰੇ ਸਾਹਮਣੇ ਤੋੜ ਦਿਓ, ਇਸ ਤਰ੍ਹਾਂ 2 ਬਣਾ ਦਿਓ। ਉਹ ਕੱਲੇ ਕੱਲੇ ਸੀ, ਤੋੜ ਦਿੱਤੇ ਐ ਸਾਹਮਣੇ 2-2 ਕਰ ਦਿੱਤੇ। ਇੱਕ ਲਿਆਂਦਾ ਸੀ 2 ਹੋ ਗਏ, ਇੱਕ ਸੀ ਪਹਿਲਾਂ ਪਾਟਕ ਪੈ ਗਿਆ 2 ਹੋ ਗਏ। ਬੇੜੇ ਦੀ ਉਹ ਗੱਲ ਨ ਰਹਿੰਦੀ ਜਦੋਂ ਕੰਧ ਵਿਚਾਲੇ ਹੋ ਜਾਵੇ। ਕਹਿੰਦੇ ਬੇੜਾ ਤਾਂ ਉਹੀ ਸੋਹਣਾ ਲੱਗਦਾ। ਹੁਣ ਜਿਵੇਂ ਆ ਇੱਕ ਦਰਬਾਰ ਹੈ ਜਿਹਦੇ ਵਿੱਚ ਦੀ ਆਪਾਂ ਇੱਕ ਕੰਧ ਕੱਢ ਲਈਏ, ਕਿੱਧਰ ਹੋ ਜੇ ਕੁੱਧਰ ਹੋ ਜੇ, ਕਿੰਨੀ ਕਿੰਨੀ ਕੁ ਜਗ੍ਹਾ ਰਹਿ ਜੂ, ਥੋੜੀ ਥੋੜੀ ਰਹਿ ਜੂ, ਤੇ ਏਕੇ ਦੇ ਵਿੱਚ ਕਿੰਨੀ ਬਰਕਤ ਹੈ। ਜੇ 2 ਹੋ ਗਏ ਮਰਜੀ ਕਹਿੰਦੇ ਫਿਰ ਫਟ ਕੇ ਸਮਝ ਲਓ, ਉਹ ਪਾੜ ਤੇ ਕਿਸੇ ਨੇ ਪਾੜ ਤੇ, ਚਲੋ ਇਹ ਵੀ ਕੋਈ ਸਿਆਸਤ ਹੁੰਦੀ ਹੈ। ਉਹ ਕਹਿੰਦੇ ਪਹਿਲਾਂ 1 ਸੀ ਹੁਣ 2 ਹੋ ਗਏ ਬੱਚੇ। ਉਹ ਕਹਿੰਦੇ ਜੀ ਹਾਂ, ਜਗ੍ਹਾ ਲਿਆਓ ਫਿਰ ਸਾਰੇ ਡੱਕੇ ਮੈਨੂੰ ਫੜਾ ਦਿਓ। ਸਾਰੇ ਫੜਾਤੇ, ਉੱਤੋਂ ਦੀ ਰੱਸੀ ਬੰਨ੍ਹਤੀ ਮਹਾਤਮਾ ਨੇ। ਕਹਿੰਦੇ ਜਿਹੜਾ ਤੁਹਾਡੇ ਵਿੱਚ ਸਭ ਤੋਂ ਬਲਵਾਨ ਹੈ ਨਾ, ਬੜੇ ਤਕੜੇ ਸਰੀਰ ਦਾ, ਉਹਨੂੰ ਲਿਆਓ ਮੇਰੇ ਕੋਲੇ। ਸਾਰੇ ਚੇਲੇ ਕਹਿੰਦੇ ਸ਼ਾਇਦ ਉਹਨੂੰ ਗੁਰਤਾ ਗੱਦੀ ਦੇਣੀ ਹੋਣੀ ਹੈ, ਉਹਨੂੰ ਸਾਡਾ ਵਾਰਸ ਬਣਾਉਣਾ ਹੋਣਾ ਹੈ। ਇੱਕ ਚੰਗਾ ਜਾਂ ਵਧੀਆ ਤਕੜਾ ਜਾ ਉਹ ਲਿਆ ਕੇ ਮੂਹਰੇ ਖੜਾਤਾ। ਕਹਿੰਦੇ ਜੀ ਆਹ ਲਓ,
ਮਾਤਮਾ ਨੇ ਉਹ ਜਿਹੜੀ ਪੋਟਲੀ ਜੀ ਬੰਨੀ ਹੋਈ ਸੀ ਉਹਦੇ ਅੱਗੇ ਕਰਤੀ। ਕਹਿੰਦੇ ਆਹ ਲੈ ਬਈ ਪੋਟਲੀ। ਕਹਿੰਦਾ ਜੀ ਕੀ ਕਰਨਾ? ਕਹਿੰਦੇ ਇਹਨਾਂ ਨੂੰ ਤੋੜ ਦੇ ਸਾਰੇ ਨੂੰ, ਡੱਕਿਆਂ ਨੂੰ। ਹੁਣ ਉਹ ਬਾਹਲੇ ਹੋ ਗਏ, ਹੱਥ ਵਿੱਚ ਆਉਣ ਨਾ, ਦੋ ਹੱਥਾਂ 'ਚ ਮਸਾਂ ਫੜੇ ਹੋਏ ਆ, ਬਥੇਰਾ ਯਤਨ ਕਰਦਾ, ਜ਼ੋਰ ਲਾਉਂਦਾ, ਉਹ ਜਿਹੜਾ ਡੱਕੇ ਟੁੱਟਦੇ ਨਹੀਂ ਹੈ। ਬਸ ਕਹਿੰਦੇ ਆਹੀ ਉਪਦੇਸ਼ ਹੈ। ਹੁਣ ਜਿਹੜੇ ਤਾਂ ਅਸੀਂ ਚੰਗੇ ਸਮਝਦਾਰ ਤੀਖਣ ਬੁੱਧੀ ਵਾਲੇ, ਇੱਕ ਮੰਦ ਬੁੱਧੀ ਹੁੰਦੀ, ਇੱਕ ਤੀਖਣ ਬੁੱਧੀ ਹੁੰਦੀ ਹੈ। ਮੰਦ ਬੁੱਧੀ ਆਪਾਂ ਉਹਨੂੰ ਕਹਿੰਦੇ ਜਿਹੜਾ ਵੀ ਕਮਲਾ ਜਿਹਾ ਬੱਚਾ ਹੋਵੇ, ਭਾਵ ਨਾ ਸਮਝਦਾਰ ਹੋਵੇ। ਜਦੋਂ ਟਕਸਾਲ ਦੇ ਵਿੱਚ ਜਾਂ ਕਿਤੇ ਵੀ ਪੜ੍ਹਾਇਆ ਜਾਂਦਾ ਨਾ, ਉਹ ਪਹਿਲਾਂ ਉਸ ਬੱਚੇ ਦੀ ਬੁੱਧੀ ਵੇਖਦੇ ਆ ਵੀ ਤੀਖਣ ਬੁੱਧੀ ਹੈ ਜਾਂ ਮੰਦ ਬੁੱਧੀ ਹੈ ਇਹਦੀ। ਮੰਦ ਬੁੱਧੀ ਵਾਲਾ ਛੇਤੀ ਛੇਤੀ ਪਕੜ ਨਹੀਂ ਕਰਦਾ ਸ਼ਬਦ ਦੀ, ਪੜ੍ਹਾਉਂਦੇ ਜਦੋਂ ਮੰਦ ਬੁੱਧੀ ਵਾਲਾ ਛੇਤੀ ਛੇਤੀ ਪਕੜ ਨਹੀਂ ਕਰਦਾ। ਆਪਾਂ ਕਹਿੰਦੇ ਇਹਦਾ ਦਿਮਾਗ ਮੋਟਾ ਹੋ ਗਿਆ। ਫਿਰ ਉਹ ਦੇਖਦਾ ਇਹ ਤੀਖਣ ਬੁੱਧੀ ਵਾਲਾ ਹੈ। ਜੇ ਇੱਕ ਬੱਚਾ 2.5 ਸਾਲਾਂ ਵਿੱਚ ਇੱਕ ਇਕੱਲਾ ਗ੍ਰੰਥੀ ਬਣਦਾ, 2.5 ਸਾਲਾਂ ਦੇ ਵਿੱਚ ਲਗਾਤਾਰ, ਜੇ ਚੰਗਾ ਵਧੀਆ ਪੜ੍ਹਿਆ ਤੀਖਣ ਬੁੱਧੀ ਵਾਲਾ ਹੋਵੇ, ਉਹਨੂੰ 2.5 ਸਾਲ ਲੱਗਦੇ ਨੇ ਸੰਥਿਆ ਕਰਨ ਵਾਸਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਹਿਲਾਂ ਅੱਧੇ ਪੱਤਰੇ ਦੀ ਸੰਥਿਆ ਕਰਾਉਂਦੇ ਨੇ, ਫਿਰ ਪੂਰੇ ਦੀ, ਫਿਰ ਜਦੋਂ ਦੂਜੀ ਤੀਜੀ ਵਾਰ ਕਰਾਉਂਦੇ ਫਿਰ 2.5 ਪੱਤਰਿਆਂ ਤੋਂ ਵੱਧ ਨਹੀਂ ਕਰਾਉਂਦੇ, ਬਸ 2.5 ਪੱਤਰੇ ਪੜਾਉਂਦੇ ਨੇ। ਜਿਹੜਾ ਤਾਂ ਮੰਦ ਬੁੱਧੀ ਵਾਲਾ ਉਹ ਤਾਂ ਵਿਚਾਰਾ ਫਿਰ ਦੇਖਦਾ ਰਹਿੰਦਾ ਵੀ ਆਹ ਅੱਖਰ ਕਿਵੇਂ ਬਣੂਗਾ, ਇੱਕ ਆਹ ਦੱਸਿਓ ਜੀ, ਆਹ ਦੱਸਿਓ ਜੀ, ਜਾਂ ਉਹਨੂੰ ਦੱਸ ਦਿਓ ਇੱਕ ਵਾਰੀ। ਮੰਦ ਬੁੱਧੀ ਵਾਲੇ ਨੂੰ ਇੱਕ ਵਾਰੀ ਪੜਿਆ ਉਹਨੇ ਪੋਥੀ ਸੰਤੋਖੀ, ਚਲੋ ਜੀ ਪੈ ਗਿਆ। ਜਿਹੜਾ ਤੀਖਣ ਬੁੱਧੀ ਵਾਲਾ ਹੁੰਦਾ ਹੈ, ਫਿਰ ਮਹਾਰਾਜ ਜੀ ਕਹਿੰਦੇ ਉਹਨੂੰ ਦੇਖਦੇ ਨੇ ਵੀ ਇਹਦੀ ਕਿੰਨੀ ਕੁ ਤੇਜ਼ ਬੁੱਧੀ ਹੈ। ਤੀਖਣ ਬੁੱਧੀ ਇੱਕ ਤੇਲੂਆ ਬੁੱਧੀ ਹੁੰਦੀ ਹੈ। ਇੱਕ ਤੀਖਣ ਤੋਂ ਭਾਵ ਤੇਜ਼, ਇੱਕ ਤੇਲੂਆ ਬੁੱਧੀ। ਜਿਵੇਂ ਕਹਿੰਦੇ ਇੱਕ ਪਾਣੀ ਦਾ ਬਾਲਟਾ ਭਰ ਕੇ ਰੱਖ ਦੋ, ਜਾਂ ਬਹੁਤਾ ਪਾਣੀ ਕਿਤੇ ਇਕੱਠਾ ਖੜਾ, ਉਹਦੇ ਤੇਲ ਦਾ ਤੁਪਕਾ ਪਾ ਦੋ, ਕਹਿੰਦੇ ਕਿਲੋ ਸਾਰਾ ਖਿੰਡ ਜਾਂਦਾ, ਉਹਨੂੰ ਤੇਲੂਆ ਬੁੱਧੀ ਕਹਿੰਦੇ ਨੇ। ਕਹਿੰਦੇ ਮਹਾਤਮਾ ਨੇ ਦੇਖਿਆ ਵੀ ਇਹਨਾਂ ਵਿੱਚ ਮੰਦ ਬੁੱਧੀ ਕਿੰਨੇ ਨੇ, ਤੇਲੂਆ ਬੁੱਧੀ ਕਿੰਨੇ ਨੇ, ਤੀਖਣ ਬੁੱਧੀ ਵਾਲੇ ਕਿੰਨੇ ਨੇ। ਲਿਆਓ ਸਾਰੇ ਇਕੱਠੇ ਕਰਕੇ ਇੱਕ ਤਕੜਾ ਜਿਹਾ ਲਿਆ, ਕਹਿੰਦੇ ਤੋੜਦੇ ਇਹਨੂੰ। ਉਹ ਬਥੇਰਾ ਜ਼ੋਰ ਲਾਉਂਦਾ, ਨਹੀਂ ਟੁੱਟਦਾ। ਫਿਰ ਕਹਿੰਦੇ ਫੇਰ ਲਾ ਜ਼ੋਰ, ਫਿਰ ਕਹਿੰਦੇ ਬਸ ਇਸੇ ਤਰ੍ਹਾਂ ਇਕੱਠੇ ਰਹੋ, ਤੁਹਾਨੂੰ ਕੋਈ ਹਿਲਾਉਣ ਵਾਲਾ ਨਹੀਂ। ਅੱਜ ਮਿੰਨਤਾਂ ਕਰਦੇ ਆ ਵੀ ਇਕੱਠੇ ਹੋ ਜਾਓ, ਇਕੱਠੇ ਹੋ ਜਾਓ। ਇਕੱਠੇ ਕਰਨ ਵਾਸਤੇ ਸਾਨੂੰ ਬੜੇ ਪੀਰਾਂ ਫਕੀਰਾਂ ਨੇ ਵੀ ਯਤਨ ਕੀਤਾ, ਬਹੁਤ ਜ਼ੋਰ ਲਾਇਆ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਕੱਠੇ ਕਰਨ ਵਾਸਤੇ ਦਰਬਾਰ ਦੀ ਧਰਤੀ ਤੋਂ ਰਾਜਾ ਨੂੰ ਕੱਢਤਾ ਸੀ ਮਹਾਰਾਜ ਨੇ ਬਾਹਰ। ਦਰਬਾਰ ਦੀ ਧਰਤੀ ਤੇ ਰਾਜੇ ਕਹਿੰਦੇ ਅਸੀਂ ਇੱਥੇ ਬੈਠ ਕੇ ਇੰਨਾ ਚੰਬਰ ਛਕੀਏ? ਮਹਾਰਾਜ ਜੀ ਕਹਿੰਦੇ ਹਾਂ। ਕਹਿੰਦੇ ਅਸੀਂ ਨਹੀਂ ਛਕਦੇ ਇੰਨਾ ਚ। ਕਹਿੰਦੇ ਚਲੋ ਬਾਹਰ। ਫਿਰ ਦੇਖੋ ਸਾਨੂੰ ਮਾਣ ਦਿੱਤਾ। ਕਹਿੰਦੇ ਇਹ ਜੇ ਕੱਦਾ ਵੀ ਵਿੱਚ ਵੜ ਗਿਆ ਨਾ, ਇਹਨਾਂ ਨੂੰ ਖੇਰੂ ਖੇਰੂ ਕਰ ਦੂ, ਕੱਲੇ ਕੱਲੇ ਕਰ ਦੂ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਿਆਰ ਵਿੱਚ ਆ ਕੇ ਆਖਿਆ, ਉਹ ਸਿੱਖੋ ਇਕੱਠੇ ਰਹੋ। ਜਦੋਂ ਇਕੱਠੇ ਰਹੋਗੇ ਨਾ, ਤੁਹਾਨੂੰ ਪਾੜਨ ਦਾ ਬੜਾ ਯਤਨ ਕਰਨਗੇ। ਬੜਾ ਇੱਕ ਨੇ ਗੱਲ ਕਹੀ, ਇੱਕ ਨੂੰ ਕਹਿ ਦਿਓ, ਉਹਨੇ ਗਾਹਾਂ ਚਾਰ ਨੂੰ ਹੋਰ ਕਹਿ ਕੇ ਅੱਡ ਬੰਦੇ ਚਾਰ ਇੱਧਰ ਕਰ ਲਏ, ਚਾਰ ਕਿੱਧਰ ਕਰ ਲਏ। ਕਹਿੰਦੇ ਇਸ ਗੱਲ ਤੋਂ ਤੁਸੀਂ ਸੁਚੇਤ ਰਹੋ। ਕਿਉਂ? ਇਹ ਤਾਂ ਤੁਹਾਡੇ ਨਾਲ ਆ ਕੁਝ ਕਰਨਾ ਚਾਹੁੰਦੇ ਨੇ। ਵੱਡੇ ਵੱਡੇ ਰਾਜੇ ਮਹਾਰਾਜ, ਰਾਜਾ ਰਣਜੀਤ ਸਿੰਘ ਜੀ ਹੋਇਆ, ਸ਼ੇਰੇ ਪੰਜਾਬ ਰਾਜਾ ਰਣਜੀਤ ਸਿੰਘ ਜੀ, ਧਿਆਨ ਸਿੰਘ ਡੋਗਰੇ ਵਰਗੇ ਵਿੱਚ ਵੜ ਗਏ ਤੇ ਦੇਖੋ ਰਾਜ ਭਾਗ ਖੇਰੂ ਖੇਰੂ ਹੋ ਗਿਆ ਸਾਡਾ। ਕਾਬਲ ਕੰਧਾਰ ਤੱਕ ਸਾਡਾ ਰਾਜ ਸੀ ਤੇ ਅੱਜ ਪੰਜਾਬ ਥੋੜਾ ਇੰਨਾ ਕੁ ਰਹਿ ਗਿਆ, ਥੋੜਾ ਜੀ। 5 ਦਰਿਆ ਦਾ ਮਾਲਕ ਸੀ, 5 ਦਰਿਆ, 5 ਦਰਿਆ ਦਾ ਮਾਲਕ ਪੰਜਾਬ। ਤੇ ਅੱਜ ਕਿੰਨੇ ਕੁ? 2 ਮੇਰਾ ਖਿਆਲ 2.25 ਕਿ ਬਸ ਸਾਡੇ ਕੋਲ ਦਰਿਆ ਰਹਿ ਗਏ, ਬਾਕੀ ਤਾਂ ਗਏ ਸਾਰੇ ਬਾਹਰ ਨੂੰ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਕਾਰਨ ਕੀ ਹੋਇਆ? ਪਾੜ ਤਾਂ ਧਿਆਨ ਸਿੰਘ ਡੋਗਰੇ ਵਰਗਿਆਂ ਨੇ ਵਿੱਚ ਵੜ ਕੇ। ਰਾਜਾ ਰਣਜੀਤ ਸਿੰਘ ਸ਼ਹੀਦ ਹੋ ਗਿਆ, ਸਰੀਰ ਛੱਡ ਗਿਆ। ਰਾਣੀਆਂ ਰੋਂਦੀਆਂ ਨੇ, ਸਾਰੇ ਦੂਸਰੇ ਵੀ ਉੱਪਰੋਂ ਫਰਜ਼ੀ ਤੌਰ ਤੇ ਰੋਂਦੇ ਨੇ। ਹਾੜ ਸੁਦੀ ਪੁੰਨਿਆਂ ਦੇ ਵੀਰਵਾਰ ਦਿਆ ਨਭਾਗਿਆ ਦਿਹਾੜਿਆ, ਜੋਬਨਾ ਦੇ ਜਾਂਦੇ ਸਾਡੇ ਰਾਜ ਭਾਗ ਨੂੰ ਤਾਂ ਅੱਗ ਲਾ ਕੇ ਸਾੜਿਆ। ਸੌਂ ਗਿਆ ਸਦਾ ਦੀ ਨੀਂਦ ਰਣਜੀਤ ਜੀ, ਆਸ਼ਕ ਖਵਾਬਦਾ ਸਿਖਰ ਦੁਪਹਿਰੇ 12 ਵਜੇ ਛੁਪ ਗਿਆ ਸੂਰਜ ਪੰਜਾਬ ਦਾ ਸੂਰਜ ਸੀ। ਰਾਣੀਆਂ ਵੀ ਰੋਂਦੀਆਂ। 7 ਰਾਣੀਆਂ ਤਾਂ ਇਤਿਹਾਸ ਵਿੱਚ ਲਿਖਿਆ, 7 ਅੰਗੀਠੇ ਵਿੱਚ ਛਾਲ ਮਾਰ ਕੇ। ਸਭ ਤੋਂ ਛੋਟੀ ਰਾਣੀ ਮਹਾਰਾਣੀ ਜਿੰਦ ਕੌਰ ਜੀ ਦੇ ਪੇਟ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਸੀ। ਕੱਲੀ ਉਹ ਬੱਚੀ, ਉਹ ਵੀ ਫੜ ਲਿਆ, ਤੂੰ ਨਹੀਂ ਜਾ ਸਕਦੀ, ਤੇਰੇ ਨਾਲ ਇੱਕ ਪਾਪ ਹੋਰ ਹੋਊਗਾ, ਤੇਰੇ ਪੇਟ ਵਿੱਚ ਛੋਟਾ ਜਿਹਾ ਬੱਚਾ ਹੈ। ਉਹ ਰਾਣੀ ਬਚ ਗਈ। ਫਿਰ ਬੜੇ ਦੁੱਖ ਚੱਲੇ, ਉਹਨੇ ਕੱਲੇ ਕੱਲੇ ਹੋ ਗਏ।
ਰਾਜਾ ਰਣਜੀਤ ਸਿੰਘ ਵੀ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਇਹ ਵੱਡੇ ਵੱਡੇ ਮਹਾਨ ਯੋਧੇ ਜਿਹੜੇ ਜਿਨ੍ਹਾਂ ਤੋਂ ਜਮਰਾਓ ਦੇ ਬੰਦਿਆਂ ਨੇ ਤਾਂ ਕੰਮਣੇ ਕੰਮਣਾ ਸੀ। ਜਿਹਨੂੰ ਵਿਦਵਾਨ ਨੇ ਲਿਖਿਆ, ਹਰੀ ਸਿੰਘ ਜਰਨੈਲ ਜਹੇ ਤਾਂ ਜੁਗ ਜੁਗ ਜੰਮਣ, ਨਾ ਸੁਣ ਕੇ ਜਮਰਾਓ ਦੀਆਂ ਕੰਧਾਂ ਵੀ ਗੰਮਣ। ਕਹਿੰਦੇ ਉਹੋ ਜਿਹੇ ਮਹਾਨ ਸੂਰਮੇ ਹੋਏ ਕਾਦੇ ਨਾਲ? ਇੱਕ ਭਗਤੀ ਤੇ ਇੱਕ ਸ਼ਕਤੀ, ਪਰਮਾਤਮਾ ਦੀ ਭਗਤੀ ਕਰਨ ਵਾਲੇ ਸੀ। ਤੇ ਉਹ ਦੇਖੋ ਰੱਬ ਨਾਲ ਇੰਨਾ ਜੁੜੇ ਵੀ ਉਹਨਾਂ ਤੋਂ ਕੰਧਾਂ ਵੀ ਥਰ ਥਰ, ਜਦੋਂ ਕਹਿੰਦੇ ਨਾ ਅੱਜ ਵੀ ਕਹਿੰਦੇ ਉੱਥੇ ਕਸ਼ਮੀਰ ਦੀ ਧਰਤੀ ਤੁਸੀਂ ਨਾਂ ਲੈ ਦਿਓ, ਹਲੂਆ ਜਿਹੜਾ ਹਰੀ ਸਿੰਘ ਨਲੂਆ ਆ ਗਿਆ, ਕਹਿੰਦੇ ਅੱਜ ਵੀ ਪਠਾਨ ਡਰਦੇ ਨੇ। ਭਾਵ ਕਹਿਣ ਤੋਂ ਉਹਨਾਂ ਦਾ ਇੱਕੋ ਹੀ ਉਪਦੇਸ਼ ਸੀ, ਉਹ ਕਹਿੰਦੇ ਇਕੱਠੇ ਰਹੋ ਬਸ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਬਾਰ-ਬਾਰ ਦੇਖੋ ਇਹੀ ਗੱਲ ਕਹਿੰਦੇ ਰਹੇ, ਉਹ ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵਿੱਚ ਵੜ ਗਈ ਬਈ, ਉਹ ਰਾਜਿਆਂ ਦੇ ਰਾਜਗਾਲ ਤੇ। ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵਿੱਚ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਚੰਦਰੀ ਜਿਨ੍ਹਾਂ ਘਰ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਫੁੱਟ ਚੰਦਰੀ ਜਿਨ੍ਹਾਂ ਘਰ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਵਾਹ ਵਾਹ। ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵਿੱਚ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਹੋ ਰਾਜਿਆਂ ਦੇ ਜੀ ਰਾਜਗਾਲ ਤੇ, ਰਾਜਿਆਂ ਦੇ ਜੀ ਰਾਜਗਾਲ ਤੇ। ਰਾਜਿਆਂ ਦੇ ਰਾਜਗਾਲ ਤੇ, ਰਾਜਿਆਂ ਦੇ ਰਾਜਗਾਲ ਤੇ। ਰਾਜਿਆਂ ਦੇ ਜੀ ਰਾਜਗਾਲ ਤੇ, ਰਾਜਿਆਂ ਦੇ ਜੀ ਰਾਜਗਾਲ ਤੇ। ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵਿੱਚ ਵੜ ਗਈ ਬਈ, ਰਾਜਿਆਂ ਦੇ ਰਾਜ। ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵਿੱਚ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵਿੱਚ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਫੁੱਟ ਚੰਦਰੀ ਜਿਨ੍ਹਾਂ ਘਰ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਜਿਨ੍ਹਾਂ ਦੇ ਘਰ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵੜ ਗਈ, ਰਾਜਿਆਂ ਦੇ ਰਾਜਗਾਲ ਤੇ। ਜੀ ਕਹਿਣ ਲੱਗੇ ਬਸ ਇਨ ਦੁਬਦਾ ਕਰ ਬਹੁਤੇ ਗਾਲੇ। ਕਹਿੰਦੇ ਇਹ ਦੁਬਦਾ ਮਨ ਵਿੱਚ ਦੁਬਦਾ ਫੁੱਟ ਪੈ ਜੇ ਨਾ, ਕਹਿੰਦੇ ਇਨ ਦੁਬਦਾ ਕਰ ਬਹੁਤੇ ਗਾਲੇ। ਬਾਲੇ ਘਰ ਗਾਲ ਤੇ ਇਸ ਫੁੱਟ ਨੇ। ਅੱਜ ਬਸ ਫੁੱਟ ਦਾ ਹੀ ਸ਼ਿੰਗਾਰ ਹੈ। ਹਰ ਘਰ ਘਰ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੈ। ਕਿਤੇ ਇਕੱਠੇ ਹੋ ਕੇ ਬਹਿ ਜਾਓ, ਉੱਥੇ ਕੋਈ ਨਾ ਕੋਈ ਆ ਕੇ ਵਿੱਚ ਇਹੋ ਜੀ ਛੁਰਲੀ ਛੱਡਦਾ ਵੀ ਅਗਲਾ ਉਹਦੀ ਕਹਿੰਦਾ ਛੱਡੋ ਪਰ ਆਪਾਂ ਨੇ ਲੈਣਾ ਕੀ ਹੈ, ਇਹ ਕੰਮ ਤੋਂ ਆਪਾਂ ਲੈਣਾ ਹੀ, ਪਾਸੇ ਹੀ ਵੱਟ ਜੋ ਇਹ ਤੋਂ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਿਖਾ ਬਈ ਯਾਦ ਰੱਖੀ, ਜਦੋਂ ਕਿਤੇ ਤੇਰੇ ਮਨ ਵਿੱਚ ਇਹ ਗੱਲ ਆ ਵੀ ਜਾਵੇ ਨਾ, ਫਿਰ ਤੂੰ ਯਾਦ ਕਰ ਲਈ ਕਿ ਇਹਨੂੰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਉਹ ਉਹਨਾਂ ਨੇ ਸਾਨੂੰ ਇੱਕ ਇਕੱਠੇ, ਉਹ ਵੀ ਰਾਜਿਆਂ ਦੇ ਹੋ ਸਕਦੇ ਸੀ, ਰਾਜਿਆਂ ਨੂੰ ਕਹਿ ਸਕਦੇ ਜੀ ਤੁਹਾਡੇ ਨਾਲ ਮੇਰੀ ਸੰਧੀ ਹੈ। ਕਾਰਨ ਇਹ ਸੀ ਵੀ ਸਿੱਖ ਕੌਮ ਕਿਤੇ ਉੱਚੀ ਹੋ ਕੇ ਨਾ ਬਹਿ ਜਾਵੇ। ਸਾਡੇ ਸਿਰਾਂ ਦੀਆਂ ਦਸਤਾਰਾਂ ਅੱਜ ਸਰਕਾਰਾਂ ਨੂੰ ਚੁੱਭਦੀਆਂ ਨੇ, ਸਾਡੇ ਮੁੱਖ ਉੱਤੇ ਦਾੜੇ ਜਿਹੜੇ ਨੇ ਨਾ ਇਹ ਸਰਕਾਰਾਂ ਚੁੱਭਦੇ ਨੇ। ਰੌਲਾ ਇਹੀ ਸੀ 84 ਦਾ, ਹੋਰ ਕੀ ਸੀ। ਦਿੱਲੀ ਜਿੰਨੇ ਸਾਡੇ ਵੱਸਦੇ ਸੀ, ਜਦੋਂ ਉਹ ਆਪੋ ਆਪਣੇ ਸਮਾਨ ਲੈ ਕੇ ਟਰੱਕ ਲੈ ਕੇ ਭੱਜਣ ਲੱਗੇ, ਸ਼ਰਤ ਇੱਕੋ ਰੱਖੀ ਗਈ ਸੀ ਉੱਥੇ ਕੇਵਲ ਤੇ ਕੇਵਲ, ਉਹ ਕਹਿੰਦੇ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਮੁੱਖ ਉੱਤੇ ਦਾੜਾ ਨਹੀਂ ਰਹਿਣਾ ਚਾਹੀਦਾ, ਜੇ ਤੁਸੀਂ ਇੱਥੇ ਰਹਿਣਾ ਤਾਂ ਦਾੜੀ ਕਟਾਓ, ਜੇ ਨਹੀਂ ਕਟਾਉਣੀ ਤਾਂ ਆਪਣਾ ਟਰੱਕ ਲੈ ਕੇ ਇੱਥੋਂ ਚਲੇ ਜਾਓ।
ਸਾਡੇ ਨਾਲ ਨਹੀਂ ਵੈਰ। ਉਹ ਕਹਿੰਦੇ ਨੇ ਸਿੱਖ ਕੌਮ ਅੱਗੇ ਨੂੰ ਵੱਧਦੀ ਜਾ ਰਹੀ ਹੈ, ਪਰ ਅੱਜ ਸਾਡੇ ਨੌਜਵਾਨ ਆਪ ਸਿੱਖੀ ਤੋਂ ਪਤਿਤ ਹੋ ਰਹੇ ਨੇ। ਉਹ ਜਿਹੜੀ ਸਭ ਤੋਂ ਵਧੀਆ ਕੀਮਤੀ ਚੀਜ਼ ਦਿੱਤੀ ਸੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ, ਪੁੱਛੋ ਤਾਂ ਸਹੀ ਇੱਕ ਵਾਰੀ ਕਲਗੀ ਵਾਲੇ ਪਾਤਸ਼ਾਹ ਨੂੰ, ਮਹਾਰਾਜ ਤੇ ਸਭ ਤੋਂ ਵੱਧ ਕੀ ਦਿੱਤਾ? ਮਰਜੀ ਕਹਿੰਦੇ ਸਿੱਖਾ ਮੈਂ ਤੇਰੇ ਵਾਸਤੇ ਆਪਣੇ 4 ਪੁੱਤਰ ਵਾਰ ਦਿੱਤੇ, ਮੈਂ ਤੇਰੇ ਵਾਸਤੇ ਆਪਣਾ ਘਰ ਕਾੜ ਛੱਡ ਦਿੱਤਾ। 80 ਸਾਲ ਦੀ ਬਜ਼ੁਰਗ ਮਾਂ ਮੇਰੀ, ਉਹ ਜਾ ਕੇ ਪੁੱਛ, ਉਹ ਜਿਹੜਾ ਨਾ ਆਪਣਾ ਠੰਡਾ ਬੁਰਜ, ਉਸ ਠੰਡੇ ਬੁਰਜ ਤੋਂ ਜਾ ਕੇ ਪੁੱਛੀ ਕਲਗੀਆਂ ਵਾਲੇ ਦੀ ਮਾਤਾ, ਛੋਟੇ ਸਾਹਿਬਜ਼ਾਦਿਆਂ ਦੀ ਦਾਦੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਹਿਲ ਕਿੱਥੇ ਹੈ? ਉਹ ਕਹਿੰਦੇ ਸਦਾ ਵਾਸਤੇ ਇੱਥੇ ਚੌਂਕੜਾ ਮਾਰ ਕੇ ਬੈਠਿਆ, ਤੁਹਾਡੇ ਵਾਸਤੇ ਬੈਠੇ ਨੇ। ਤੇ ਸਿੱਖਾ ਓਏ ਅੱਜ ਤੂੰ ਇਸ ਗੱਲ ਤੋਂ ਦੂਰ ਹੋ ਗਿਆ, ਕਿਤੇ ਅੰਮ੍ਰਿਤ ਵੇਲੇ ਯਾਦ ਕਰਕੇ ਇਹ ਗੱਲ ਕਹੀ ਜੀ, ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ, ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ, ਯਾਦ ਕਰੋ ਉਪਕਾਰ ਰਾਜਾ ਵਾਲੇ ਦੇ, ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ, ਯਾਦ ਕਰੋ ਉਪਕਾਰ ਬਾਜਾਂ ਵਾਲੇ ਦੇ, ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਮਾਤਾ ਵਾਰੀ ਪਿਤਾ ਵਾਰਿਆ, ਮਾਤਾ ਵਾਰੀ ਪਿਤਾ ਵਾਰਿਆ, ਮਾਤਾ ਵਾਰੀ ਪਿਤਾ ਵਾਰਿਆ, ਮਾਤਾ ਵਾਰੀ ਪਿਤਾ ਵਾਰਿਆ। ਉਹ ਬਾਰੋ ਚਾਰੇ ਲਾਲ ਗੁਰਾਂ ਦੇ ਯਾਦ ਕਰੋ, ਯਾਦ ਕਰੋ ਪੁਕਾਰ ਬਾਜਾਂ ਵਾਲੇ ਦੇ, ਯਾਦ ਕਰੋ ਪੁਕਾਰ ਬਾਜਾਂ ਵਾਲੇ ਦੇ, ਯਾਦ ਕਰੋ ਪੁਕਾਰ ਕਲਗੀਆਂ ਵਾਲੇ ਦੇ, ਕਰੋ ਪੁਕਾਰ ਬਾਜਾਂ ਵਾਲੇ ਦੇ, ਯਾਦ ਕਰੋ ਪੁਕਾਰ ਕਲਗੀਆਂ ਵਾਲੇ ਦੇ। ਮਹਾਰਾਜ ਜੀ ਕਹਿਣ ਲੱਗੇ ਸਿੱਖਾ ਕਿਤੇ ਭੁੱਲ ਨਾ ਜਾਈ ਬਾਜਾਂ ਵਾਲੇ ਦੀ ਕੁਰਬਾਨੀ, ਤੇ ਉਹਦਾ ਸਿੱਖ ਬਣ ਜਾ। ਜਦੋਂ ਕਲਗੀਧਰ ਪਾਤਸ਼ਾਹ ਮਰਦ ਸਿੱਖ ਬਣ ਗਿਆ, ਫਿਰ ਤੇਰੀ ਕੋਈ ਹਵਾ ਕਿੰਨੀ ਵੀ ਝਾਕ ਨਹੀਂ ਸਕਦਾ ਹੈ। ਮਹਾਰਾਜ ਜੀ ਕਹਿਣ ਲੱਗੇ ਸਿੱਖਾ ਤੇਰੇ ਵਿੱਚ ਬਾਣੀ ਤੇ ਬਾਣਾ, ਅੰਦਰ ਬਾਣੀ ਤੇ ਬਾਹਰ ਬਾਣਾ ਫਿਰ ਪ੍ਰਭਾਵ ਕਰੂ। ਅੱਜ ਕੱਲਾ ਬਾਣਾ ਉੱਪਰ ਨਹੀਂ, ਅੰਦਰ ਬਾਣੀ ਨਹੀਂ ਹੈ, ਤਾਂ ਹੀ ਤਾਂ ਲੋਕ ਐ ਉਹ ਸਿਰਗਟਾਂ ਪੀ ਕੇ ਧੂਆਂ ਸਿੱਖ ਨਹੀਂ ਛੱਡਣਗੇ। ਪੁਰਾਣੇ ਸਮਿਆਂ ਦੀ ਗੱਲ ਹੈ, ਜਦੋਂ ਕਿਤੇ ਇੱਕ ਸਿੱਖ ਗੱਡੀ ਦੇ ਡੱਬੇ ਵਿੱਚ ਚੜ ਜਾਂਦਾ, ਸਾਰਾ ਡੱਬਾ ਵਿਹਲਾ ਹੋ ਜਾਂਦਾ ਸੀ, ਤੇ ਅੱਜ ਉੱਥੇ ਅੜ ਕੇ ਬੈਠਦੇ ਨੇ। ਕਿਉਂ? ਕਿਉਂਕਿ ਸਿੱਖ ਸਿੱਖੀ ਨਾਲੋਂ ਇਹ ਕੇਵਲ ਇੱਕ ਬਾਣਾ ਹੀ ਰਹਿ ਗਿਆ ਕੋਲੇ। ਜੇ ਕਿਤੇ ਸਿੱਖ ਕੋਲੇ ਅੰਦਰ ਹਿਰਦੇ ਵਿੱਚ ਬਾਣੀ ਹੁੰਦੀ ਤੇ ਬਾਹਰ ਬਾਣਾ ਹੁੰਦਾ, ਲੋਕ ਝੁਕ ਝੁਕ ਕੇ ਸਲਾਮਾਂ ਕਰਦੇ ਨਹੀਂ। ਭਾਈ ਭਿਖਾਰੀ ਦਾ ਪੁੱਤਰ ਘਰ ਆ ਗਿਆ, ਘਰ ਜਦੋਂ ਲਈ ਆਉਂਦੇ ਨੇ ਉਸ ਪੁੱਤਰ ਨੂੰ, ਧੰਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੰਨਣ ਵਾਲਾ ਭਾਈ ਭਿਖਾਰੀ, ਮਾਂ ਬਾਹਰ ਵਿੱਚ ਖੜੀ ਹੈ, ਆ ਕੇ ਸਿੱਖ ਨੇ ਕਹਿ ਦਿੱਤਾ, ਮਾਂ ਰੱਖ ਦੇ ਪਾਣੀ ਵਾਲੀ ਗੜਬੀ। ਕਿਉਂ? ਮੇਰਾ ਪੁੱਤਰ ਤੇ ਮੇਰੀ ਨੂੰਹ ਆ ਰਹੇ ਨੇ। ਕਹਿੰਦੇ ਤੇਰਾ ਪੁੱਤਰ ਅੱਜ ਉਹ ਸਦਾ ਦੀ ਨੀਂਦਰੇ ਸੌਂ ਗਿਆ। ਪੁੱਤਰਾਂ ਬਾਲਿਓ ਜਗਤ ਤੇ ਪੁੱਤ ਮੇਵਾ, ਹੁੰਦੇ ਬਾਪਿਆਂ ਦੀ ਜਿੰਦ ਜਾਨ। ਪੁੱਤਰ ਘੋੜੇ ਜੋੜੇ ਤਾਜ ਬਾਜਵਨ ਪਾਏ, ਗੜੀ ਚੋ ਚਾਲੇ ਤਨ ਦੇ ਵਸਤਰ ਲੀਰਾਂ ਲੀਰਾਂ ਪੈਰਾਂ ਦੇ ਵਿੱਚ ਛਾਲੇ। ਸਿਰ ਤੇ ਫਰਜ਼ ਨਿਭਾ ਕੇ ਆਪਣਾ ਪੈ ਗਏ ਲੱਗ ਟਿਕਾਣੇ, ਬੁਰੇ ਛਲ ਪੁੱਤਰਾਂ ਦੇ ਜਿਹਨੂੰ ਚੋਟ ਲੱਗੇ ਸੋਈ ਜਾਣੇ। ਸਾਰੇ ਰਿਸ਼ਤੇਦਾਰ ਉੱਚੀ ਉੱਚੀ ਤਾਹਾਂ ਮਾਰਦੇ ਆਉਂਦੇ ਨੇ, ਪਰ ਭਾਈ ਭਿਖਾਰੀ ਉਹ ਇੱਕੋ ਹੀ ਕਹਿੰਦਾ ਹੁੰਦਾ, ਜਿਸ ਕੀ ਬਸ ਸੋਈ ਲੈ ਜਾਏਗਾ, ਰੋਸ ਕਿਸੇ ਸਿਉ ਕਿਆ ਕੀਜੈ। ਓਏ ਰੋਸ ਕਾਹਦਾ? ਪਰਮਾਤਮਾ ਦੀ ਵਸਤੂ ਸੀ, ਘਰ ਵਿੱਚ ਲਿਆਂਦਾ ਪੁੱਤਰ। ਚਲੋ ਖੈਰ, ਭੈਣ ਨੇ ਬੜੇ ਪਿਆਰ ਦੇ ਵਿੱਚ ਆ ਕੇ ਗੁੰਦੇ ਬੜੀਆਂ ਸੱਧਰਾਂ ਸੀ, ਘਰ ਵਿੱਚ ਮੇਰਾ ਭਰਾ ਲਿਆ ਕੇ ਲਿਆਊਗਾ, ਮਾਂ ਨੂੰ ਸੀ ਮੇਰੀ ਨੂੰਹ ਆਊ, ਘਰ ਦੇ ਵਿੱਚ ਸਾਡਾ ਬਾਰ ਖੁੱਲਾ ਰਹੂਗਾ। ਪਰ ਜਦੋਂ ਦੇਖਿਆ ਬਾਬਾ ਫਰੀਦ ਜੀ ਕੀ ਕਹਿੰਦੇ, ਦੇਖੋ ਬੰਦਾ ਚੱਲਿਆ
ਦੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਿਆ ਏ ਕੰਮ ਕਬੀਰ ਬੁਲਬੁਲਾ ਪਾਣੀ ਦਾ कबीर बुलबुला पानी कायो तेरी औकात जिस कर मौजा माणिया रहन न दिंदे रात। धन बाबा फरीद जी कहन लगे कहंदे जदों मां ने वेख्या ना पुत्र मोटियां उत्ते चुक्या हुंदा ओए तां तुर के आउणा सी कहंदे सदा दी नींदरे सौ गया ते धन मां उची उची ताहां मार देखो किन्ना कुटुंब सी रिश्तेदार साग संबंधी किन्ने गए होणगे भाई भिखारी दे नाल जदों ब्याहण वास्ते किन्ने गए होणगे किन्ने घर विच बैठे सी अजे आउंदियां नूं हुण सारे उस दे विच रुझ गए उन्हां दे विचों करोड़ां दे विचों एक सी भाई भिखारी जिहड़ा बार-बार कह रिहा सी इह तां सतगुरु दा भाणा है इह मेरे परमात्मा दा भाणा है। चलो घर दे विच पुत्र पाया भैन बीरा बीरा कर रही महाराज जी फरमान कर देन बीरा बीरा कर रही बीर पे बैराए बीर चले कर अपने भैन बिरह जल जाए। भैन कहन लगी मेरा बीरा पिया उठदा नहीं कहंदे नहीं हुण नहीं उठदा ये सदा दी नींदरे सुत्ता पिया। बस फिर भाई भिखारी जी कहन लगे बाला टाइम ना लाओ इशनान ध्यान करवा के जदों भाई भिखारी दे पुत्र नूं चुक के ले जान लगे ना भाई भिखारी दी ओ छोटी जी धी राणी गुड़िया बच्ची ते मां जदों चक के तुर लगे ते भज के पिछे जांदियां गुरबाणी विच साहिब जी फरमान करदे ने महाराज जी कहंदे हंस के ला जावे अज कोई मोड़ो अज कोई मोड़ो हंस के ला जावे अज कोई मोड़ो अज कोई मोड़ो हंस के ला जावे अज कोई मोड़ो अज कोई मोड़ो हंस के ला जावे अज कोई मोड़ो अज कोई मोड़ो हंस के ला जावे अज कोई मोड़ो अज कोई मोड़ो हंस के ला जावे अज कोई मोड़ो अज कोई मोड़ो। भैन उच्ची उच्ची रोंदी है इस वीर नाल साडा घर वसदा सी ओए अज पुत्र तो बिना घर विच हनेरा पै गया हनेरा। भाई भिखारी कहन लग्या ए वस्तु सी ए तो वस्तक पाल की जब भावै ले खस कहंदे तां वस्तु अकाल पुरख दी ते तू इस वस्तु दे विच मान दे विच खयानत करदी है नहीं ए जग चलण सराम मुसाफरां दी कोई आमदा ते कोई जामदा जी एक मुसाफिर खाना है। चलो भाई भिखारी दे पुत्र दा अंतिम संस्कार कीता। बाबा जी कहंदे एक घड़ी फुण रहन ना होई। धन बाबा फरीद जी कहन लगे ओ जेड़ी सारी उम्र जिन्ना चिर परमात्मा दी सत्ता है ये शरीर रूपी भांडा हर एक नूं चंगा लगदा है जदों परमात्मा दी सदा निकल गई ये शरीर रूपी भांडा है साडा ही पर सब नूं बुरा लगन लग जांदा है। बाबा जी कहन लगे भाई हुण तां बस से परमात्मा दा भाणा है फिर सचमुच जाणिओ फिर एक रात भी बाबा जी कहते बहुत औखी हो जाती है ओ जेड़े महलां च गुजारी उम्र सारी एक नहीं हो रात रख दे जेड़े महलां च गुजारी उम्र सारी
ਇੱਕ ਨਹੀਂ ਉਹ ਰਾਤ ਰੱਖਦੇ। ਮਹਿਲਾਂ ਚ ਗੁਜ਼ਾਰੀ ਉਮਰਾਂ ਸਾਰੀ, ਇੱਕ ਨਹੀਂ ਉਹ ਰਾਤ ਰੱਖਦੇ। ਜਿਹੜੇ ਮਹਿਲਾਂ ਚ ਗੁਜ਼ਾਰੀ ਉਮਰਾਂ ਸਾਰੀ, ਇੱਕ ਨਹੀਂ ਉਹ ਰਾਤ ਰੱਖਦੇ। ਮਹਿਲਾਂ ਚ ਗੁਜ਼ਾਰੀ ਉਮਰਾਂ ਸਾਰੀ, ਇੱਕ ਉਹ ਰਾਤ ਰੱਖਦੇ। ਜਿਹੜੇ ਮਹਿਲਾਂ ਚ ਗੁਜ਼ਾਰੀ ਉਮਰਾਂ ਸਾਰੀ, ਇੱਕ ਨਹੀਂ ਉਹ ਰਾਤ ਰੱਖਦੇ। ਉਹ ਟੱਕਾ ਤੋੜ ਕੇ ਘਰਾਂ ਨੂੰ ਮੁੜ ਆਉਣਗੇ। ਉਹ ਤੇਰੀ ਮੇਰੀ ਟੁੱਟੀ ਮਿੱਤਰਾ, ਟੱਕਾ ਤੋੜ ਕੇ ਘਰਾਂ ਨੂੰ ਮੁੜ ਆਉਣਗੇ। ਤੇਰੀ ਮੇਰੀ ਟੁੱਟੀ ਪਿਆਰਿਆ, ਟੱਕਾ ਤੋੜ ਕੇ ਘਰਾਂ ਨੂੰ ਮੁੜ ਆਉਣਗੇ। ਤੇਰੀ ਮੇਰੀ ਟੁੱਟੀ ਪਿਆਰਿਆ, ਟੱਕਾ ਤੋੜ ਕੇ ਘਰਾਂ ਨੂੰ ਮੁੜ ਆਉਣਗੇ। ਤੇਰੀ ਮੇਰੀ ਟੁੱਟੀ ਪਿਆਰਿਆ, ਤੋੜ ਕੇ ਘਰਾਂ ਨੂੰ ਮੁੜ ਆਉਣਗੇ। ਤੇਰੀ ਮੇਰੀ ਟੁੱਟੀ ਪਿਆਰਿਆ, ਟੱਕਾ ਤੋੜ ਕੇ ਘਰਾਂ ਨੂੰ ਮੁੜ ਆਉਣਗੇ। ਉਹ ਤੇਰੀ ਮੇਰੀ ਟੁੱਟੀ ਪਿਆਰਿਆ। ਧੰਨ ਬਾਬਾ ਫਰੀਦ ਜੀ ਕਹਿਣ ਲੱਗੇ ਬਸ ਫਿਰ ਮੁਸ਼ਕਲ ਬੜੀ ਹੋ ਜਾਂਦੀ ਹੈ। ਚਲੋ ਖੈਰ ਫਿਰ ਸੰਸਕਾਰ ਕਰਿਆ, ਸਿੱਖਾਂ ਨੇ ਵੇਖ ਲਿਆ ਕਰੋੜਾਂ ਦੇ ਵਿੱਚੋਂ ਕੋਟਨ ਮੈਂ ਨਾਨਕ ਕਹੂ ਨਾ ਰਹਿਣ ਜੈ ਜੀਤ। ਕਹਿੰਦੇ ਕਰੋੜਾਂ ਚੋਂ ਇੱਕ ਹੁੰਦਾ, ਕਰੋੜਾਂ ਚੋਂ ਨਾ 100 ਚੋਂ ਨਾ 1000 ਚੋਂ ਨਾ 2000 ਚੋਂ। ਮਹਾਰਾਜ ਜੀ ਨੇ ਨਹੀਂ ਕਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੈਸਲਾ। ਕਹਿੰਦੇ ਕੋਟਨ ਮੈਂ ਨਾਨਕ ਕਰੋੜਾਂ ਦੇ ਵਿੱਚੋਂ ਕਹਿੰਦੇ ਇੱਕ ਅੱਧਾ ਹੀ ਹੋਊਗਾ ਜਿਹੜਾ ਗੁਰੂ ਜੀ ਦੇ ਭਾਣੇ ਅਨੁਸਾਰ ਚੱਲਦਾ ਹੋਊਗਾ। ਭਾਈ ਬੁਖਾਰੀ ਨੂੰ ਮੱਥਾ ਟੇਕ ਕੇ ਸਿੱਖ ਕਹਿੰਦੇ ਜੈਸਾ ਸਤਿਗੁਰ ਸੁਣੀਦਾ। ਜਿਹੋ ਜਿਹਾ ਜੀ ਸੁਣ ਕੇ ਅਸੀਂ ਦੇਖ ਲਿਆ ਜੱਖਾਂ ਦੇ ਨਾਲ। ਕਹਿੰਦੇ ਸੱਚਮੁੱਚ ਭਾਈ ਬੁਖਾਰੀ ਤੂੰ ਕਰੋੜਾਂ ਦੇ ਵਿੱਚੋਂ ਇੱਕੋ ਹੀ ਹੈ। ਨਦ ਵਾਹਿਗੁਰੂ ਜੀ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਸਿੱਖਾਂ ਨੇ ਮੱਥਾ ਟੇਕਤਾ। ਅੱਜ ਅਸੀਂ ਅੱਖੀਂ ਵੇਖ ਲਿਆ। ਇਸ ਕਰਕੇ ਉਹ ਮਹਾਰਾਜ ਜੀ ਕਹਿਣ ਲੱਗੇ ਬੜੇ ਪਿਆਰ ਦੇ ਵਿੱਚ ਆ ਕੇ ਵੀ ਉਹ ਹੋਏ ਜੇ ਤਾਂ ਸਿੱਖ ਖੈਰ ਅੱਜ ਦੇ ਸਮੇਂ 'ਚ ਤਾਂ ਜੇ ਕਈ ਕਰੋੜ ਇਕੱਠੇ ਕਰ ਲਈਏ ਤਾਂ ਵੀ ਨਹੀਂ ਨਿਕਲਣੇ, ਕਿਉਂਕਿ ਅੰਦਰ ਬਾਣੀ ਤੇ ਬਾਹਰ ਬਾਣਾ, ਬਾਹਰ ਬਾਣਾ ਕੱਲਾ, ਅੰਦਰ ਬਾਣੀ ਬੜੀ ਘੱਟ ਹੈ। ਅਸੀਂ ਆਪਣਾ ਤਾਂ ਨੇਮ ਵੀ ਨਹੀਂ ਪੂਰਾ ਕਰਦੇ, ਆਪਣਾ ਨੇਮ। ਮਹਾਰਾਜ ਜੀ ਕਹਿੰਦੇ ਸਿੱਖਾ ਜਿੰਨੀ ਰੋਟੀ ਖਾਣੀ ਜ਼ਰੂਰੀ ਸਮਝਦਾ ਉਨਾ ਤੂੰ ਨਿਤਨੇਮ ਵੀ ਜ਼ਰੂਰੀ ਸਮਝ। ਰੋਟੀ ਖਾ ਕੇ ਤੇਰਾ ਸਰੀਰ ਬਚ ਸਕਦਾ ਹੈ, ਬਾਣੀ ਪੜ੍ਹ ਕੇ ਤੇਰੀ ਆਤਮਾ ਬਚ ਸਕਦੀ ਹੈ। ਆਤਮਾ ਦੀ ਖੁਰਾਕ ਹੈ ਭਜਨ। ਤੇਰਾ ਤੇਰੀ ਮਨ ਹੈ ਨਾ, ਇਹਦੀ ਖੁਰਾਕ ਹੈ ਪਰਮਾਤਮਾ ਦਾ ਨਾਮ, ਤੇ ਤਨ ਦੀ ਖੁਰਾਕ ਹੈ ਭੋਜਨ। ਹੁਣ ਸੁਬਾਹ ਛਕ ਲੈਣਾ, ਸ਼ਾਮ ਨੂੰ ਫੇਰ ਛਕ ਲੈਣਾ। ਕਈ ਐਸੇ ਵੀ ਹੋਣਗੇ ਜਿਹੜੇ ਤਿੰਨ ਵਾਰੀ ਵੀ, ਚਲੋ ਇੱਕ ਵਾਰੀ ਦੁਪਹਿਰੇ ਜੇ ਵੀ ਚੁੱਲ੍ਹੇ ਕਿ ਨਹੀਂ ਝਾਕਦੇ ਹੋਣਗੇ। ਪਰ ਮਹਾਰਾਜ ਜੀ ਕਹਿੰਦੇ ਸਿੱਖਾ ਤੂੰ ਆਪੇ ਹਿਸਾਬ ਕਿਤਾਬ ਲਾ ਕੇ ਦੇਖੀ ਵੀ ਜਿਵੇਂ 3 ਵਾਰੀ ਮੈਂ ਚੁੱਲ੍ਹੇ ਕਿ ਨਹੀਂ ਝਾਕਿਆ ਤੇ 3 ਵਾਰੀ ਰੱਬ ਕਿ ਨਹੀਂ ਝਾਕਿਆ ਕਿ ਨਹੀਂ ਝਾਕਿਆ। ਇਸ ਕਰਕੇ ਆਓ ਇੱਥੇ ਇਤਿਹਾਸ ਇਹ ਸਮਾਪਤ ਹੈ। ਦੁਸਹਿਰੇ ਦੇ ਦਿਨ ਅੱਗੇ ਚੱਲ ਰਹੇ ਨੇ। ਕੱਲ ਨੂੰ ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਿਹੜਾ ਸਾਡੇ ਨਾਲ ਇਤਿਹਾਸਕ ਸੰਬੰਧਕ ਦਿਨ ਹੈ। ਅੱਜ ਬਹੁਤੇ ਸਿੱਖ ਤਾਂ ਦੁਸਹਿਰੇ ਨਾਲ ਸਿੱਖਾਂ ਦਾ ਸੰਬੰਧ ਨਹੀਂ, ਦੀਵਾਲੀ ਨਾਲ ਸਿੱਖਾਂ ਦਾ ਸੰਬੰਧ ਨਹੀਂ ਹੈਗਾ ਜੀ। ਹੋਰ ਜਿਹੜਾ ਵੀ ਕੋਈ ਤਿਉਹਾਰ ਆਊ ਪਹਿਲੇ ਲੱਗ ਜਾਣਗੇ ਰੌਲਾ ਪਾਉਣ, ਇਹਦੇ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ ਇਹਦੇ ਨਾਲ। ਮੈਂ ਕਿਹਾ ਹੋਰ ਦੱਸੋ ਸਿੱਖਾਂ ਦਾ ਸੰਬੰਧ ਕਿਹਦੇ ਨਾਲ ਹੈ? ਕੋਈ ਤਾਂ ਸਿੱਧ ਕਰ ਦਿਓ ਵੀ ਆ ਸਿੱਖਾਂ ਦਾ ਸੰਬੰਧ ਹੈ ਇਹਦੇ ਨਾਲ। ਦੀਵਾਲੀ ਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਵਾਹਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਆਏ। ਭਗਵਾਨ ਰਾਮ ਜੀ ਮਹਾਰਾਜ 14 ਸਾਲ ਦਾ ਬਣਵਾਸ ਕੱਟ ਕੇ ਆਏ। ਸਿੱਖਾਂ ਦਾ ਇਤਿਹਾਸ ਹੈ। ਤੇ ਦੁਸਹਿਰੇ ਵਾਲੇ ਦਿਨ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਖਰੀ ਸਮਾਂ ਜਿਹੜਾ ਉਹ ਮੈਂ ਤੁਹਾਡੇ ਨਾਲ ਕੱਲ ਨੂੰ ਵਿਚਾਰ ਆਰੰਭ ਕਰਾਂਗੇ। ਬਹੁਤ ਬਹੁਤ ਧੰਨਵਾਦ ਹੈ। ਇੱਕ ਬੇਨਤੀ ਮੈਂ ਆਪਣੇ ਵੱਲੋਂ ਕਰਦਾ ਸੰਗਤ ਨੂੰ ਹੱਥ ਬੰਨ੍ਹ ਕੇ। ਆਪਣੇ ਵਾਸਤੇ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ, ਬਾਕੀ ਆ ਤੁਸੀਂ ਕੱਢ ਕੇ ਵੇਖ ਸਕਦੇ ਹੋ। ਅਸੀਂ ਹਰ ਜਿਹੜਾ ਹੁੰਦਾ ਪ੍ਰੋਗਰਾਮ ਕੋਈ ਵੀ ਹੁੰਦਾ ਹੈ, ਪਹਿਲਾਂ ਇੱਕ ਵਾਰੀ ਸਾਡੇ ਤੇ ਉਂਗਲ ਜੀ ਉੱਠ ਗਈ ਸੀ, ਕਹਿੰਦੇ ਬਾਬੇ ਐਂ ਬੋਲਦੇ ਨੇ। ਮੈਂ ਕਿਹਾ ਆਪਾਂ ਉਂਗਲ ਹੀ ਨਹੀਂ ਉੱਠਣ ਦੇਣੀ ਕਿਸੇ ਦੀ। ਇੱਕ ਵਾਰੀ ਹੋ ਗਈ ਸੀ ਇੱਥੇ ਭਾਈ ਰਾਮ ਸਿੰਘ ਦੇ ਘਰੇ, ਉਦੋਂ ਕੀਰਤਨ ਕਰਦੇ ਸੀ ਭੋਗ ਤੇ। ਉਦੋਂ ਇੱਕ ਚੱਕਲੀ ਗੱਲ ਜੀ ਇੱਕ ਮਾੜੀ ਜੀ ਮੇਰੀ, ਵੈਸੇ ਇਹੀ ਗੱਲ ਹੁੰਦੀ ਹੈ
ਵੀ ਛਾਨਣੀ ਆਟਾ ਛਾਣ ਥੱਲੇ ਸੁੱਟੀ ਜਾਂਦੇ, ਉਹਦੇ ਵਿੱਚ ਮਾੜਾ ਮੋਟਾ ਜਿਹਾ ਉਹ ਕੂੜਾ ਜਿਹਾ ਬਚ ਜਾਂਦਾ, ਫਿਰ ਉਹ ਕੰਮ ਤਾਂ ਨਹੀਂ ਆਉਂਦਾ ਕਿਸੇ ਦੇ। ਦੇਖਿਆ ਕਿ ਉਹਦੇ ਵੀ ਤੁਸੀਂ ਰੋਟੀਆਂ ਬਣਾ ਕੇ ਖਾਂਦੇ ਹੋ, ਸੂਸੜ ਦੀਆਂ ਸੂੜੇ ਜਿਹੇ ਦੀਆਂ ਆਟੇ ਦੀ ਰੋਟੀ ਬਣੂਗੀ। ਅਸੀਂ ਕਿਹਾ ਵੀ ਆ ਬਣਾ ਕੇ ਰੋਜ਼ ਨੈੱਟ ਤੇ ਚਾੜ ਦਿਆ ਕਰੋ। ਜਿੱਦੇ ਵੀ ਕਿਸੇ ਨੇ ਕਿਹਾ ਵੀ ਉਹਨੂੰ ਕਹਾਂਗੇ ਸਾਨੂੰ ਤਰੀਕ ਦੱਸ ਕਿਹੜੀ ਨੂੰ ਅਸੀਂ ਗਲਤ ਬੋਲਿਆ ਸੀ, ਆ ਜਾ ਹੁਣੀ ਕੱਢ ਕੇ ਦਿਖਾ ਦਿੰਦੇ ਹਾਂ। ਚਲੋ ਮੈਂ ਅਰਜ਼ ਕਰਦਾ, ਭਾਵ ਮੈਂ ਆਪਣੇ ਵਾਸਤੇ ਨਹੀਂ ਅਰਜ਼ ਕਰਦਾ, ਸਾਡੇ ਵਾਸਤੇ ਗੁਰੂ ਨੇ ਬੜਾ ਕੁਝ ਦਿੱਤਾ ਹੈ। ਦਿੰਦਾ ਅਰਦਾਸ ਕਰਦੇ ਹਾਂ ਰੋਜ਼ ਗੁਰੂ ਦੇ ਚਰਨਾਂ ਵਿੱਚ, ਬੜਾ ਕੁਝ ਦਿੱਤਾ ਪਰਮਾਤਮਾ ਨੇ। ਪਰ ਮੈਂ ਇੱਕ ਅਰਜ਼ ਕਰਦਾ ਹਾਂ, 31 ਤਰੀਕ 31 ਅਕਤੂਬਰ ਅੱਜ 22 ਤਰੀਕ ਹੋ ਗਈ, 31 ਅਕਤੂਬਰ 10 ਕੁ ਦਿਨ ਨਹੀਂ ਤਕਰੀਬਨ, 10 ਤੋਂ ਵੀ ਹਾਂ 9 ਕੁ ਦਿਨ ਹੀ ਨੇ। ਉਹਦੇ ਹੈ ਭਗਵਾਨ ਵਾਲਮੀਕ ਜੀ ਦਾ ਅਵਤਾਰ ਦਿਹਾੜਾ। ਮੈਰਿਜ ਕਰੀ ਸੀ, ਬੰਡੀ ਨਹੀਂ ਪਾਉਣੀ, ਇਹ ਨਹੀਂ ਕਹਿਣਾ ਵਾਲਮੀਕ ਸਾਡਾ ਨਹੀਂ, ਰਵਿਦਾਸ ਸਾਡਾ ਨਹੀਂ। ਜਦੋਂ ਮੱਥਾ ਟੇਕਦੇ ਹੋ ਨਾ ਆ ਕੇ ਫਿਰ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਹੜੇ ਕਿਹੜੇ ਭਗਤ ਬੈਠੇ ਨੇ, ਉਹ ਕਹਿੰਦੇ ਆ ਜਾਓ ਮੈਂ ਗਿਣਤੀ ਕਰਕੇ ਦੱਸ ਦਿੰਦਾ ਇੰਨੇ ਭਗਤ ਬੈਠੇ ਨੇ। 31 ਅਕਤੂਬਰ ਨੂੰ ਜਿਹੜੇ ਭਗਵਾਨ ਹੋਏ ਨਾ ਵਾਲਮੀਕ ਜੀ, ਮਹਾਰਿਸ਼ੀ ਭਗਵਾਨ ਵਾਲਮੀਕ ਜੀ, ਉਹਨਾਂ ਦਾ ਆਗਮਨ ਪੁਰਬ ਹੈ 31 ਅਕਤੂਬਰ ਦਾ। ਚਲੋ ਲੰਗਰ ਤਾਂ ਆਪਣਾ ਸੰਗਰਾਂਦ ਨੂੰ ਹੁੰਦਾ ਹੀ ਹੈ, ਉਹਦੇ ਜਲ ਪਾਣੀ ਦਾ ਕੋਈ ਚਾਹ ਪਾਣੀ ਦੀ ਆਪਾਂ ਸੰਗਤ ਨੂੰ ਸੇਵਾ ਕਰ ਦਿਆਂਗੇ, ਨਾਲੇ ਸੁਖਮਨੀ ਸਾਹਿਬ ਦਾ ਪਾਠ ਕਰ ਦਿਆਂਗੇ। ਤੇ ਇਹਦੇ ਵਿੱਚ ਕੋਈ ਵੀ ਮੰਗ ਨਹੀਂ, ਕਿਸੇ ਤੋਂ ਇੱਕ ਪੰਜੀ ਨਹੀਂ ਮੰਗਦੇ, ਬਸ ਚਾਹ ਪਾਣੀ ਜਿਹੜਾ ਬਣਾਉਣਾ ਉਹਦੇ ਵਿੱਚ ਯੋਗਦਾਨ ਪਾ ਦਿਓ ਜ਼ਰੂਰ। ਤੁਸੀਂ ਪਾ ਦਿਓ, ਪਹਿਲਾਂ ਮੈਂ ਪਾ ਦੂੰ, ਜਿੰਨਾ ਕੁ ਤੁਸੀਂ ਹੁਕਮ ਕਰੋਗੇ ਉਦੋਂ ਬਾਅਦ ਤੁਸੀਂ ਜ਼ਰੂਰ ਪਾਇਓ। ਉਹਦੇ ਸੰਗਤ ਵਾਸਤੇ ਆਪਾਂ ਚਾਹ ਪਾਣੀ ਦਾ ਲੰਗਰ ਵੀ ਕਰਨਾ ਭਾਈ, ਨਾਲੇ ਭਗਤਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ ਜਿਹੜਾ ਉਹ ਮਨਾਇਆ ਜਾਵੇਗਾ। ਇਹ ਕਰਕੇ ਜ਼ਰੂਰ ਮੇਰੀ ਬੇਨਤੀ ਪ੍ਰਵਾਨ ਕਰਿਓ। ਬਾਕੀ ਹੋਰ ਇੱਕ ਪੰਜੀ ਵੀ ਨਾ, ਇੱਕ ਵੀ ਨਾ ਦਿਓ, ਨਹੀਂ ਮੰਗਦੇ ਅਸੀਂ, ਪੈਸੇ ਨਾਲ ਤਾਂ ਕੰਮ ਹੀ ਨਹੀਂ ਵੈਸੇ ਚੱਲਦਾ ਹੁੰਦਾ, ਪਰ ਗੁਰੂ ਘਰ ਦਾ ਕੰਮ ਹੈ ਜਿਹੜਾ ਬਿਨਾਂ ਪੈਸੇ ਤੋਂ ਚੱਲਦਾ। ਬਸ ਤੁਸੀਂ ਰਾਸ਼ਨ ਲਿਆ ਕੇ ਦੇ ਦਿਓ, ਸੰਗਤ ਨੂੰ ਚਾਹ ਪਾਣੀ ਛਕਾ ਕੇ ਆਪਾਂ ਉਹ ਬਣਾ ਕੇ ਛਕਾ ਦੇਣੀ ਹੈ, ਉਹਨਾਂ ਦੀ ਖੁਸ਼ੀ ਲੈ ਲੈਣੀ ਹੈ। ਜਦੋਂ ਸਾਰੇ ਖੁਸ਼ ਹੋ ਕੇ ਸਮਝ ਲਓ ਭਗਵਾਨ ਵਾਲਮੀਕ ਮਹਾਰਾਜ ਜੀ ਵੀ ਸਾਡੇ ਉੱਤੇ ਖੁਸ਼ ਹੋ ਗਏ। ਇਹ ਬੇਨਤੀ ਜ਼ਰੂਰ ਪੜ੍ਹਨ। 31 ਤਰੀਕ ਦਾ ਭਗਵਾਨ ਜੀ ਦਾ ਪੂਰਨਮਾਸ਼ੀ ਹੈ ਨਾ, ਪੂਰਨਮਾਸ਼ੀ ਦਾ ਹੁੰਦਾ, ਉਦੋਂ ਅਗਲੀ ਪੂਰਨਮਾਸ਼ੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ। ਸਭ ਸੰਗਤਾਂ ਦਾ ਧੰਨਵਾਦ। ਬੇਨਤੀ ਮੇਰੀ ਜ਼ਰੂਰ ਪ੍ਰਵਾਨ ਕਰਿਓ। ਗੁਰੂ ਵਾਸਤੇ ਕਹਿਣਾ, ਭਗਤਾਂ ਵਾਸਤੇ ਕਹਿਣਾ, ਆਪਣੇ ਵਾਸਤੇ ਜਿੱਦੇ ਵੀ ਮੈਂ ਆਪਣੇ ਵਾਸਤੇ ਕਹਾਂ ਤੇ ਮੇਰੀ ਬਾਂਹ ਫੜ ਲਿਓ ਵੀ ਅੱਜ ਕੀ ਬੋਲੀ ਜਾਂਦਾ ਤੂੰ। ਅੱਜ ਭਗਤਾਂ ਨੂੰ ਯਾਦ ਕਰੀਏ, ਚੇਤੇ ਕਰੀਏ, ਉਹ ਕਿਤੇ ਭੁੱਲ ਨਾ ਜਾਈਏ ਅਸੀਂ ਉਹਨਾਂ ਨੂੰ। ਅੱਜ ਭੁੱਲਦੇ ਜਾ ਰਹੇ ਹਾਂ, ਤਾਈ ਤਾਂ ਖੁਆਰ ਹੋਏ ਸਭ ਮਿलेंगे ਬੱਚੇ ਸ਼ਰਨ ਜੋ ਹੋਏ। ਰਾਮ ਕਲੀ ਮਾਲਾ ਤੀਜਾ ਆਨੰਦ ਓੰਕਾਰ।